ਚੈਲੰਜ ਦਾ ਜਵਾਬ ਚੈਲੰਜ 'ਚ ਦੇਤਾ ਵੀ ਨਹੀਂ, ਜੇ ਤੁਸੀਂ ਕਹਿੰਦੇ ਹੋ ਵੀ ਅਸੀਂ ਤੁਹਾਡੇ ਤੇ ਕਾਰਵਾਈ ਕਰਾਂਗੇ, ਤੁਹਾਨੂੰ ਕਲਮ ਨਹੀਂ ਫੜਾਉਣੀ, ਤੁਸੀਂ ਕਹਤਾ ਵੀ ਉਹ ਕਲਮ ਅਸੀਂ ਛੱਡ ਦਿੰਦੇ ਜਿਹੜੀ ਵਾਧੂ ਸਾਨੂੰ ਫੜਾਈ ਹੋਈ ਹੈ। ਲੱਗਦਾ ਨਹੀਂ ਵੀ ਜਿਵੇਂ ਤਣੀ ਇਹ ਆਉਂਦੇ ਦਿਨਾਂ 'ਚ ਸਰਕਾਰ ਨਾਲ ਵੱਧ ਨਾ ਜਾਵੇ? ਇਹ ਸਾਡੀ ਕਾਹਦੀ ਤਣੀ ਹੈ ਜੀ। ਇਹਨਾਂ ਨੇ ਉੱਥੇ ਸਰਕਾਰੀ ਫੰਕਸ਼ਨ ਕਰਕੇ ਕਿਹਾ ਵੀ ਬੱਚਿਓ ਪਹਿਲਾਂ ਜਿਹੜੀ ਟ੍ਰੇਨਿੰਗ ਹੈ ਇਹ 1.5 ਸਾਲ ਦੀ ਹੁੰਦੀ ਸੀ, ਮੈਂ ਹੁਣ ਤੁਹਾਡੀ ਇਹ ਸਾਲ ਦੀ ਕਰਤੀ। ਤੁਹਾਨੂੰ ਪਹਿਲਾਂ 5000 ਸਟੈਫਨ ਦਿੱਤਾ ਜਾਂਦਾ ਸੀ, ਜਿਹੜਾ ਕਿ ਮੈਂ ਹੁਣ ਤੁਹਾਨੂੰ ਪੂਰੀ ਤਨਖਾਹ ਦੇਵਾਂ। ਪਰ ਉਹ ਬੱਚੇ ਜਲੀਲ ਹੁੰਦੇ ਫਿਰਦੇ ਨੇ, ਉਹਨਾਂ ਨੂੰ 167 ਰੁਪਏ ਡੇਲੀ ਹੀ ਦਿੱਤੀ ਜਾਂਦੀ ਹੈ ਤੇ ਉਹਨਾਂ ਨੂੰ ਅੱਜ ਉਹਨਾਂ ਦਾ ਸਾਲ ਖਤਮ ਹੋ ਗਿਆ। ਅਸੀਂ ਚਾਹੁੰਦੇ ਸੀ ਵੀ ਉਹਨਾਂ ਦੀ ਪੂਰੀ ਤਨਖਾਹ ਜਿਹੜੀ ਹੈ ਤੁਸੀਂ ਵਾਅਦਾ ਕੀਤਾ ਸੀ ਉਹ ਦਿਓ, ਤੇ ਉਹਨਾਂ ਨੂੰ ਅੱਜ ਜਿਹੜੇ ਅਪਾਇੰਟਮੈਂਟ ਲੈਟਰ ਜਿਹੜੇ ਆ ਪੇਪਰ ਕਰਾ ਕੇ ਦੇਣੇ ਚਾਹੀਦੇ ਸੀ, ਜਿੱਤੋਂ ਕਿ ਸਰਕਾਰ ਮੁੱਕਰ ਗਈ ਆ। ਮੈਂ ਵੀ ਤੁਹਾਡੇ ਜਰੀਏ ਪੂਰੇ ਪੰਜਾਬ ਦੇ ਪਟਵਾਰੀਆਂ ਨੂੰ ਅਪੀਲ ਕਰਦਾ ਵੀ ਭਾਈ ਤੁਸੀਂ ਆਪਣੀ ਛਵੀ ਨੂੰ ਬਿਲਕੁਲ ਹੁਣ ਸੰਵਾਰੋ, ਔਰ ਕੱਲ ਤੋਂ ਬਾਅਦ ਤੁਹਾਡੇ ਦਫ਼ਤਰਾਂ 'ਚ ਕੋਈ ਪ੍ਰਾਈਵੇਟ ਬੰਦਾ ਨਹੀਂ ਹੋਣਾ ਚਾਹੀਦਾ, ਔਰ ਲੋਕਾਂ ਦਾ ਕੰਮ ਜਿਹੜਾ ਉਹ ਪਹਿਲ ਦੇ ਆਧਾਰ ਤੇ ਬਿਲਕੁਲ ਰੋਜ਼ ਦਾ ਰੋਜ਼ ਕਰਕੇ ਨਿਮੇੜ ਕੇ ਜਾਣਾ। ਤੁਸੀਂ ਜਦੋਂ ਪੁਆਇੰਟਿੰਗ ਅਥਾਰਟੀ ਹੈ ਪਟਵਾਰੀ ਕਾਨੂੰਗੋ ਦੀ, ਜਦੋਂ ਪੁਆਇੰਟਿੰਗ ਅਥਾਰਟੀ ਹੀ ਕਹਿ ਰਹੀ ਹੈ ਵੀ ਅੱਜ ਇਹ ਪਰਚਾ ਗਲਤ ਦਰਜ ਹੋਇਆ, ਕੱਲ ਉਹ ਕੋਰਟ 'ਚ ਕਿਵੇਂ ਖੜੇਗਾ ਜੀ? ਕਿਉਂਕਿ ਪੁਆਇੰਟਿੰਗ ਅਥਾਰਟੀ ਦੀ ਪ੍ਰਵਾਨਗੀ ਤੋਂ ਬਿਨਾਂ ਜਿਹੜਾ ਸੈਂਕਸ਼ਨ ਤੋਂ ਬਿਨਾਂ ਪਰਚਾ ਨਹੀਂ ਹੋ ਸਕਦਾ। ਕਿ ਸੁਪਰੀਮ ਕੋਰਟ ਨੇ ਵੀ ਰੂਲਿੰਗ ਦੇ ਦਿੱਤੀ ਹੈ ਵੀ ਕਿਸੇ ਵੀ ਮੁਲਾਜ਼ਮ ਦੇ ਖਿਲਾਫ ਕੋਈ ਵੀ ਕੇਸ ਹੁੰਦਾ ਤਾਂ ਪੁਆਇੰਟਿੰਗ ਅਥਾਰਟੀ ਤੋਂ ਉਹਦੀ ਪ੍ਰਵਾਨਗੀ ਲੈਣੀ ਹੁਣ ਉਹ ਜ਼ਰੂਰੀ ਕਰ ਦਿੱਤੀ ਹੈ। ਜਿਹੜੀ ਗੱਲ ਆਈ ਵੀ ਜਿਵੇਂ ਤੁਸੀਂ ਕਿਹਾ ਵੀ ਪ੍ਰਾਈਵੇਟ ਬੰਦੇ ਇਸ ਕਰਕੇ ਰੱਖਣੇ ਪੈਂਦੇ ਨੇ ਕਿਤੇ ਨਾ ਕਿਤੇ, ਮੈਂ ਤੁਹਾਡੇ ਦੂਜੇ ਸਾਥੀ ਨਾਲ ਵੀ ਗੱਲ ਹੋ ਰਹੀ ਸੀ, ਉਹ ਕਹਿੰਦੇ ਵੀ ਕਿਉਂਕਿ ਸਾਡੇ ਕੋਲ ਕੰਮ ਬਹੁਤ ਜ਼ਿਆਦਾ ਹੁੰਦਾ ਤਾਂ ਉਹਦੇ ਵਿੱਚ ਅਫਸਰਾਂ ਨੂੰ ਪਤਾ ਹੁੰਦਾ ਵੀ ਇਹਨਾਂ ਨੇ ਬੰਦੇ ਅੱਗੇ ਰੱਖੇ ਹੋਏ ਨੇਗੇ, ਪਰ ਲੱਗਦਾ ਨਹੀਂ ਵੀ ਉਹਨਾਂ ਦੇ ਕਰਕੇ ਹੀ ਅੱਜ ਇਸ ਕਰਕੇ ਇਹ ਛਵੀ ਬਣ ਗਈ ਵੀ ਪੈਸੇ ਬਿਨਾਂ ਕੰਮ ਨਹੀਂ ਹੋਣਾ। ਇਸੇ ਤਰ੍ਹਾਂ ਪਟਵਾਰ ਸਰਕਲ ਦਾ ਅਗਰ 1200 ਖਤੌਨੀ ਤੋਂ ਉੱਪਰ ਖਤੌਨੀ ਚਲੀ ਜਾਵੇ ਤਾਂ ਮਤਲਬ ਉੱਥੇ ਸਰਕਲ 2 ਬਣਾਉਣੇ ਪੈਂਦੇ ਨੇ। ਤੇ ਇਸੇ ਤਰ੍ਹਾਂ ਜੇ ਪੋਪੂਲੇਸ਼ਨ ਦਾ ਵਾਧਾ ਹੋ ਗਿਆ, ਹੁਣ ਮੋਹਾਲੀ ਦੀ ਆਪਾਂ ਉਦਾਹਰਨ ਦੇ ਦਿੰਦੇ ਹਾਂ। ਮੋਹਾਲੀ ਇੱਕ ਸਬ ਤਹਿਸੀਲ ਸੀ, ਅੱਜ ਉਹ ਜ਼ਿਲ੍ਹਾ ਬਣ ਗਿਆ ਤੇ ਪਟਵਾਰੀ ਉੱਥੇ 1 ਹੀ ਆ ਤੇ 1000 ਬੰਦੇ ਨੂੰ ਡੀਲ ਕਰ ਰਿਹਾ ਡੇਲੀ। ਖਰੜ ਦਾ ਪਟਵਾਰੀ 1000 ਬੰਦੇ ਨੂੰ ਡੀਲ ਕਰ ਰਿਹਾ, ਉਹਨੇ 5 ਬੰਦੇ ਰੱਖੇ ਹੋਏ ਨੇ। ਸਤਿ ਸ਼੍ਰੀ ਅਕਾਲ। ਜਿਵੇਂ ਰੈਵਨਿਊ ਡਿਪਾਰਟਮੈਂਟ ਦੀ ਹੜਤਾਲ ਨੂੰ ਲੈ ਕੇ ਕੱਲ ਮੁੱਖ ਮੰਤਰੀ ਗਰਮ ਹੁੰਦੇ ਦਿਖੇ ਤਾਂ ਉਦੋਂ ਬਾਅਦ ਦੇ ਵਿੱਚ ਆਖਿਰ 'ਚ ਉਹਨਾਂ ਨੇ ਖੁਦ ਹੀ ਕਹਿਤਾ ਸੀ, ਹਾਲਾਂਕਿ ਕਹਿੰਦੇ ਇਹਨੂੰ ਧਮਕੀ ਸਮਝਣਾ ਸਮਝ ਲਓ, ਪਰ ਜਿਹੜਾ ਕਲਮ ਛੱਡੂਗਾ ਉਹਨੂੰ ਦੁਬਾਰੇ ਫੜਾਉਣੀ ਹੈ ਜਾਂ ਨਹੀਂ, ਇਸ ਨੂੰ ਲੈ ਕੇ ਫੈਸਲਾ ਫਿਰ ਅਸੀਂ ਕਰਾਂਗੇ। ਹੁਣ ਗੱਲ ਇਹ ਕਿ ਅੱਜ ਵੀ ਮੀਟਿੰਗ ਚਰਚਾ ਹੋਈ ਹੈ ਤੇ ਉਦੋਂ ਬਾਅਦ ਦੇ ਵਿੱਚ ਗੱਲ ਇਹ ਆਈ ਕਿ ਪਟਵਾਰੀਆਂ ਦਾ ਜਿਹੜਾ ਕੰਮ ਹੈ ਉਹਨੂੰ ਲੈ ਕੇ ਆਖਰ ਕਿੰਤੂ ਪਰੰਤੂ ਕਿਸ ਗੱਲ ਦਾ। ਮੋਹਨ ਸਿੰਘ ਜੀ, ਦੇਖੀਏ ਜਿਸ ਤਰ੍ਹਾਂ ਦਾ ਕੱਲ ਜਦੋਂ ਬਿਆਨ ਆਇਆ ਮੁੱਖ ਮੰਤਰੀ ਦਾ, ਉਦੋਂ ਬਾਅਦ ਵਿੱਚ ਸਾਰੇ ਕਿਤੇ ਜੇ ਕਹੀਏ ਸਾਨੇ ਵੀ ਮੀਡੀਆ ਨੇ ਵੀ ਚਲਾਇਆ ਤੇ ਲੋਕਾਂ ਨੇ ਵੀ ਐਪਰੀਸ਼ੀਏਟ ਕਰਨਾ ਸ਼ੁਰੂ ਕਰਤਾ, ਕਹਿੰਦੇ ਠੀਕ ਹੈ ਜੀ ਕਾਰਵਾਈ ਹੋ ਜਾਣੀ ਚਾਹੀਦੀ ਹੈ। ਦਰਅਸਲ ਮਸਲਾ ਇਸ ਵਾਰ ਕੀ ਸੀ ਉਲਝਿਆ ਹੋਇਆ ਜਿਹਨੂੰ ਲੈ ਕੇ ਗੱਲ ਅਸਮਾ ਤੱਕ ਪਹੁੰਚ ਗਈ? ਇਹ 6 ਜੁਲਾਈ 2022 ਨੂੰ ਸੀਐਮ ਸਾਹਿਬ ਨੇ 1090 ਨਵੇਂ ਬੱਚਿਆਂ ਨੂੰ ਜਿਹੜੇ ਆ ਪਟਵਾਰੀ ਦੀ ਪੋਸਟ ਦੇ ਅਪਾਇੰਟਮੈਂਟ ਲੈਟਰ ਦਿੱਤੇ। ਇਹਨਾਂ ਨੇ ਉੱਥੇ ਸਰਕਾਰੀ ਫੰਕਸ਼ਨ ਕਰਕੇ ਕਿਹਾ ਵੀ ਬੱਚਿਓ ਪਹਿਲਾਂ ਜਿਹੜੀ ਟ੍ਰੇਨਿੰਗ ਹੈ ਇਹ 1.5 ਸਾਲ ਦੀ ਹੁੰਦੀ ਸੀ, ਮੈਂ ਹੁਣ ਤੁਹਾਡੀ ਇਹ ਸਾਲ ਦੀ ਕਰਤੀ। ਤੁਹਾਨੂੰ ਪਹਿਲਾਂ 5000 ਸਟੈਫਨ ਦਿੱਤਾ ਜਾਂਦਾ ਸੀ, ਜਿਹੜਾ ਕਿ ਮੈਂ ਹੁਣ ਤੁਹਾਨੂੰ ਪੂਰੀ ਤਨਖਾਹ ਦੇਵਾਂਗਾ। ਪਰ ਉਹ ਬੱਚੇ ਜਲੀਲ ਹੁੰਦੇ ਫਿਰਦੇ ਨੇ, ਉਹਨਾਂ ਨੂੰ 167 ਰੁਪਏ ਡੇਲੀ ਹੀ ਦਿੱਤੀ ਜਾਂਦੀ ਹੈ ਤੇ ਉਹਨਾਂ ਨੂੰ ਅੱਜ ਉਹਨਾਂ ਦਾ ਸਾਲ ਖਤਮ ਹੋ ਗਿਆ। ਅਸੀਂ ਚਾਹੁੰਦੇ ਸੀ ਵੀ ਉਹਨਾਂ ਦੀ ਪੂਰੀ ਤਨਖਾਹ ਜਿਹੜੀ ਹੈ ਤੁਸੀਂ ਵਾਅਦਾ ਕੀਤਾ ਸੀ ਉਹ ਦਿਓ, ਤੇ ਉਹਨਾਂ ਨੂੰ ਅੱਜ ਜਿਹੜੇ ਅਪਾਇੰਟਮੈਂਟ ਲੈਟਰ ਜਿਹੜੇ ਆ ਪੇਪਰ ਕਰਾ ਕੇ ਦੇਣੇ ਚਾਹੀਦੇ ਸੀ, ਜਿੱਤੋਂ ਕਿ ਸਰਕਾਰ ਮੁੱਕਰ ਗਈ ਆ। ਤੇ ਬਾਕੀ ਇੱਕ ਜਿਹੜਾ ਸੀਐਮ ਸਾਹਿਬ ਨੇ ਕੱਲ ਬਿਆਨ ਦਿੱਤਾ ਵੀ ਇਹ ਕਰਪਸ਼ਨ ਦੇ ਮੁੱਦੇ ਨੂੰ ਇਹਨਾਂ ਦਾ ਕੋਈ ਸਾਥੀ ਕਰਪਸ਼ਨ ਲੈਂਦਾ ਫੜਿਆ ਗਿਆ ਜੀ, ਉਹਦੇ ਕਰਕੇ ਹੜਤਾਲ ਕਰਨ ਜਾ ਰਹੇ ਨੇ। ਬਿਲਕੁਲ ਅਸੀਂ ਕੋਈ ਹੜਤਾਲ ਨਹੀਂ ਕਰਨ ਜਾ ਰਹੇ, ਕਿਉਂਕਿ ਆਪਣੇ ਸੰਵਿਧਾਨ ਦੇ ਅਨੁਸਾਰ ਜਿਹੜਾ ਕਰਪਸ਼ਨ ਐਕਟ ਦੇ ਮੁਤਾਬਕ ਕਿਸੇ ਵੀ ਕਰਮਚਾਰੀ ਤੇ ਰੈੱਡ ਹੈਂਡਡ ਤੋਂ ਬਿਨਾਂ ਅਗਰ ਕੋਈ ਕੇਸ ਰਜਿਸਟਰਡ ਹੁੰਦਾ ਤਾਂ ਉਹਦੀ ਅਪਾਇੰਟਿੰਗ ਅਥਾਰਟੀ ਤੋਂ ਜਿਹੜੀ ਹੈ ਪ੍ਰਵਾਨਗੀ ਲੈਣੀ ਬਣਦੀ ਆ। ਪਰ ਸੰਗਰੂਰ ਦੇ ਵਿੱਚ ਇੱਕ ਕੇਸ ਹੋਇਆ ਆਪਣੇ ਖਨੌਰੀ ਤਹਿਸੀਲ ਦਾ, ਉੱਥੇ ਕਿਸੇ ਬੰਦੇ ਨੇ ਕੋਈ ਖਾਨਗੀ ਵਸੀਅਤ ਪੇਸ਼ ਕੀਤੀ ਤੇ ਉਹਦੇ ਵਿੱਚ ਖਾਨਗੀ ਵਸੀਅਤ ਦੇ ਵਿੱਚ ਲੀਗਲ ਹੇਅਰ ਤੋਂ ਬਿਨਾਂ ਥਰਡ ਪਰਸਨ ਜਿਹੜਾ ਇੰਟਰਫੇਅਰ ਨਹੀਂ ਕਰ ਸਕਦਾ। ਪਰ ਉੱਥੇ ਕੋਈ ਸੰਗਰੂਰ ਦੇ ਕੋਈ ਹੈਗੇ ਸਾਥੀ, ਉਹਨਾਂ ਨੇ ਥਰਡ ਪਰਸਨ ਨੇ ਕੰਪਲੇਂਟ ਪਹਿਲਾਂ ਐਸਡੀਐਮ ਕੋਲੇ ਕੀਤੀ ਤਾਂ ਐਸਡੀਐਮ ਨੇ ਉਹ ਫਾਈਲ ਕਰਤੀ, ਉਦੋਂ ਬਾਅਦ ਡੀਸੀ ਕੋਲੇ ਗਈ ਤਾਂ ਡੀਸੀ ਕੋਲੇ ਵੀ ਫਾਈਲ ਹੋ ਗਈ। ਕਿਉਂਕਿ ਥਰਡ ਪਰਸਨ ਨੂੰ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀਆਂ ਰੂਲਿੰਗਾਂ ਤੇ ਸੁਪਰੀਮ ਕੋਰਟ ਦੀਆਂ ਰੂਲਿੰਗਾਂ ਦੇ ਮੁਤਾਬਕ ਥਰਡ ਪਰਸਨ ਲੀਗਲ ਹੇਅਰ ਤੋਂ ਬਿਨਾਂ ਕੋਈ ਥਰਡ ਪਰਸਨ ਕਿਸੇ ਵਸੀਅਤ ਦੇ ਵਿੱਚ ਜਾਂ ਪ੍ਰਾਪਰਟੀ ਦੇ ਵਿੱਚ ਇੰਟਰਫੇਅਰ ਨਹੀਂ ਕਰ ਸਕਦਾ। ਪਰ ਇਹਦੇ ਬਾਵਜੂਦ ਵੀ ਰੂਲਿੰਗਾਂ ਹੋਣ ਦੇ ਬਾਵਜੂਦ ਵਿਜੀਲੈਂਸ ਬਿਊਰੋ ਨੇ ਜਿਹੜਾ ਹੈਗਾ ਉਹਦੇ 'ਚ ਇੰਟਰਫੇਅਰ ਕੀਤੀ ਹੈ ਥਰਡ ਪਰਸਨ ਦੇ ਕਹਿਣ ਤੇ। ਉਹ ਇੰਤਕਾਲ ਅੱਜ ਵੀ ਸਟੈਂਡ ਕਰ ਰਿਹਾ। ਜਿੰਨਾ ਚਿਰ ਇੰਤਕਾਲ ਨਹੀਂ ਟੁੱਟਦਾ, ਜਿੰਨਾ ਚਿਰ ਅਪੀਲੇਬਲ ਅਥਾਰਟੀ ਉਹਦੇ ਵਿੱਚ ਦੋਸ਼ ਸਾਬਤ ਨਹੀਂ ਕਰਦੀ ਤੇ ਉਹਨਾਂ ਚਿਰ ਪਰਚਾ ਦਰਜ ਨਹੀਂ ਸੀ ਹੋਣਾ। ਤੇ 23/8 ਨੂੰ ਇਹ ਪਰਚਾ ਦਰਜ ਹੁੰਦਾ ਹੈ ਤੇ 25/8 ਨੂੰ ਜਿਹੜੇ ਮਾਨਯੋਗ ਡੀ ਸਾਹਿਬ ਸੰਗਰੂਰ ਨੇ ਉਹ ਸਰਕਾਰ ਨੂੰ ਲੈਟਰ ਲਿਖ ਰਹੇ ਨੇ ਵੀ ਜਿਹੜੀ 29 ਨੰਬਰ FIR ਵਿਜੀਲੈਂਸ ਬਿਊਰੋ ਪਟਿਆਲਾ ਨੇ ਦਰਜ ਕੀਤੀ ਹੈ ਇਹ ਬਿਲਕੁਲ ਗਲਤ ਕੀਤੀ ਹੈ ਔਰ 17E ਦੀ ਉਲੰਘਣਾ ਕਰਕੇ ਕੀਤੀ ਆ। ਜਦੋਂ ਪੁਆਇੰਟਿੰਗ ਅਥਾਰਟੀ ਹੈ ਪਟਵਾਰੀ ਕਾਨੂੰਗੋ ਦੀ, ਜਦੋਂ ਪੁਆਇੰਟਿੰਗ ਅਥਾਰਟੀ ਹੀ ਕਹਿ ਰਹੀ ਹੈ ਵੀ ਅੱਜ ਇਹ ਪਰਚਾ ਗਲਤ ਦਰਜ ਹੋਇਆ, ਕੱਲ ਉਹ ਕੋਰਟ 'ਚ ਕਿਵੇਂ ਖੜੇਗਾ ਜੀ?
ਕਿਉਂਕਿ ਪੁਆਇੰਟਿੰਗ ਅਥਾਰਟੀ ਦੀ ਪ੍ਰਵਾਨਗੀ ਤੋਂ ਬਿਨਾ ਜਿਹੜਾ ਸੈਂਕਸ਼ਨ ਤੋਂ ਬਿਨਾ ਪਰਚਾ ਨਹੀਂ ਹੋ ਸਕਦਾ। ਕਿ ਸੁਪਰੀਮ ਕੋਰਟ ਨੇ ਵੀ ਰੂਲਿੰਗ ਦੇ ਦਿੱਤੀ ਹੈ ਵੀ ਕਿਸੇ ਵੀ ਮੁਲਾਜ਼ਮ ਦੇ ਖਿਲਾਫ ਕੋਈ ਵੀ ਕੇਸ ਹੁੰਦਾ ਤਾਂ ਪੁਆਇੰਟਿੰਗ ਅਥਾਰਟੀ ਤੋਂ ਉਹਦੀ ਪ੍ਰਵਾਨਗੀ ਲੈਣੀ ਹੁਣ ਉਹ ਜ਼ਰੂਰੀ ਕਰ ਦਿੱਤੀ ਹੈ। ਸੋ ਇਸ ਕਰਕੇ ਇਹ ਜਿਹੜੇ ਵਿਜੀਲੈਂਸ ਬਿਊਰੋ ਨੂੰ ਜਿਹੜਾ ਅਸੀਂ ਸੀਐਮ ਸਾਹਿਬ ਦੀ ਇਸ ਗੱਲ ਤੋਂ ਧੰਨਵਾਦੀ ਸੀ, ਵਧੀਆ ਕੰਮ ਕਰ ਰਹੇ ਸੀ। ਪਹਿਲਾਂ ਇੱਟਾਂ ਵਾਲਿਆਂ ਨੂੰ ਫੜ ਰਹੇ ਸੀ, ਚੰਗਿਆਂ ਨੂੰ ਹੱਥ ਪਾ ਰਹੇ, ਮੁੜ ਉਹੀ ਥਾਣੇਦਾਰਾਂ ਨੂੰ ਫੜਨ ਵਾਲਾ ਕੰਮ, ਉਹੀ ਪਟਵਾਰੀਆਂ ਤੇ ਮੁੜ ਘੁੜ ਕੇ ਉਹੀ ਜੋ ਕਿਸੇ ਟਾਈਮ ਸਮੇਤ ਸਿੰਘ ਸੈਣੀ ਦੇ ਜਿਹੜੀਆਂ ਟੀਮਾਂ ਸੀ ਉਹ ਕਰਿਆ ਕਰਦੀ ਸੀ, ਉਹੀ ਕੁਝ ਹੁਣ ਹੋਣ ਲੱਗ ਗਿਆ। ਤੇ ਇਹਦੇ ਨਾਲ ਮੈਂ ਤਾਂ ਕਹਿੰਦਾ ਸੀਐਮ ਸਾਹਿਬ ਤੁਹਾਡੀ ਬਦਨਾਮੀ ਹੋਣੀ ਹੈ, ਨੱਥ ਪਾਓ ਇਹ ਕੰਮ ਨੂੰ। ਕਈ ਇਹ ਮੁਲਾਜ਼ਮ 2007 ਦੇ ਬੈਠੇ ਆ ਜਿਹੜੇ ਕਿ ਬਲੈਕ ਮੇਲਰਾਂ ਨਾਲ ਰਲ ਕੇ ਇਹ ਥਾਣੇਦਾਰਾਂ ਨੂੰ ਜਾਂ ਪਟਵਾਰੀਆਂ ਨੂੰ ਤੰਗ ਕਰ ਰਹੇ ਨੇ, ਉਹ ਇਹ ਬੰਦ ਕਰੋ। ਤੇ ਬਾਕੀ ਸਾਡੀ ਕੋਈ ਐਸੀ ਗੱਲ ਨਹੀਂ, ਜੋ ਅਸੀਂ ਅੱਜ ਪਟਵਾਰੀਆਂ ਨੇ ਤੇ ਕਾਨੂੰਗੋਆਂ ਨੇ ਫੈਸਲਾ ਕੀਤਾ ਲਗਭਗ 100 ਪੋਸਟ ਮੇਰਾ ਖਿਆਲ ਕਾਨੂੰਗੋਆਂ ਦੀ ਖਾਲੀ ਆ ਪੰਜਾਬ 'ਚ, ਉਹ ਪ੍ਰਮੋਸ਼ਨ ਨਹੀਂ ਕਈ ਡੀਸੀ ਕਰ ਰਹੇ। ਤੇ ਭਾਈ ਹੁਣ ਆਪਦਾ ਕੰਮ ਕਰਾ ਲਓ, ਕਿਤੋਂ ਕਰਾਓਗੇ? ਅੱਜ ਕਾਨੂੰਗੋਆਂ ਨੇ ਕੰਮ ਆਉਂਦੇ ਕਿ ਚੈਲੰਜ ਦਾ ਜਵਾਬ ਚੈਲੰਜ 'ਚ ਦੇਤਾ ਵੀ ਨਹੀਂ, ਜੇ ਤੁਸੀਂ ਕਹਿੰਦੇ ਹੋ ਵੀ ਅਸੀਂ ਤੁਹਾਡੇ ਤੇ ਕਾਰਵਾਈ ਕਰਾਂਗੇ, ਤੁਹਾਨੂੰ ਕਲਮ ਨਹੀਂ ਫੜਾਉਣੀ, ਤੁਸੀਂ ਕਹਤਾ ਵੀ ਉਹ ਕਲਮ ਅਸੀਂ ਛੱਡ ਦਿੰਦੇ ਜਿਹੜੀ ਵਾਧੂ ਸਾਨੂੰ ਫੜਾਈ ਹੋਈ ਹੈ। ਲੱਗਦਾ ਨਹੀਂ ਵੀ ਜਿਵੇਂ ਤਰ੍ਹਾਂ ਤਣੀ ਇਹ ਆਉਂਦੇ ਦਿਨਾਂ 'ਚ ਸਰਕਾਰ ਨਾਲ ਵੱਧ ਨਾ ਜਾਵੇ? ਇਹ ਸਾਡੀ ਕਾਹਦੀ ਤਾਣਾ ਤਾਣੀ ਆ ਜੀ? ਜਿਹੜੇ ਉਹਨਾਂ ਨੇ ਕਾਨੂੰਨ ਦੇ ਮੁਤਾਬਕ ਉਹਨਾਂ ਨੂੰ ਸਰਕਲ ਮਿਲਿਆ ਹੈ ਉਹਦਾ ਉਹ ਕੰਮ ਕਰਨਗੇ। ਮੈਂ ਇੱਥੋਂ ਤੁਹਾਡੇ ਜਰੀਏ ਸਾਰੇ ਪਟਵਾਰੀਆਂ ਨੂੰ ਵੀ ਅਪੀਲ ਕਰਦਾ ਵੀ ਭਾਈ ਆਪਣਾ ਸਮੇਂ ਸਿਰ ਦਫ਼ਤਰ ਜਾਓ, ਔਰ ਕੋਈ ਪ੍ਰਾਈਵੇਟ ਬੰਦਾ ਤੁਸੀਂ ਆਪਣੇ ਦਫ਼ਤਰ 'ਚ ਨਹੀਂ ਰੱਖਣਾ, ਲੋਕਾਂ ਨੂੰ ਇਨਸਾਫ ਦਿਓ। ਔਰ ਗਰੀਬ ਬੰਦੇ ਨੇ ਚੱਲ ਕੇ ਕਿਤੇ ਕਿਤੇ ਆਪਣੇ ਦਫ਼ਤਰ ਜਾਣਾ ਹੁੰਦਾ, ਉਹਨਾਂ ਨੂੰ ਪੂਰਾ ਮਾਣ ਤੇ ਸਤਿਕਾਰ ਮਿਲਣਾ ਚਾਹੀਦਾ। ਬਾਕੀ ਜਿਹੜੇ ਆ ਸੋਸ਼ਲ ਮੀਡੀਆ ਵਾਲੇ ਭਲਵਾਨ ਨੇ, ਇਹਨਾਂ ਦਾ ਤਾਂ ਮਤਲਬ ਇਹਨਾਂ ਦੀ ਆਪਦੇ ਭਲਵਾਨ ਨੇ, ਇਹਨਾਂ ਨੇ ਸੋਸ਼ਲ ਮੀਡੀਆ ਰਾਹੀਂ ਇਹ ਸਰਕਾਰ ਲਿਆਂਦੀ ਸੀ। ਅੱਜ ਵੀ ਉਹੀ ਜਿਹੜੇ ਐ ਸੋਸ਼ਲ ਮੀਡੀਆ ਤੇ ਬਦਨਾਮੀ ਕਰ ਰਹੇ ਨੇ, ਉਹ ਬੱਚਿਆਂ ਦੀ ਬਦਨਾਮੀ ਕਰ ਰਹੇ ਨੇ ਜਿਹੜੇ ਵਿਚਾਰੇ ਟ੍ਰੇਨਿੰਗ ਕਰ ਰਹੇ ਨੇ, ਹਲੇ ਫੀਲਡ 'ਚ ਗਏ ਨਹੀਂ, ਕੋਈ ਲੈਣਾ ਨਹੀਂ ਦੇਣਾ ਨਹੀਂ। ਪਰ ਮੋਹਨ ਜੀ, ਜੇ ਇਹ ਸਾਰੇ ਸਿਸਟਮ ਤੋਂ ਅਲੱਗ ਹੋ ਕੇ ਸੋਚੀਏ, ਜਿਹੜੀ ਪਟਵਾਰੀ ਨੂੰ ਲੈ ਕੇ ਛਵੀ ਬਣ ਚੁੱਕੀ ਆ, ਉਹ ਕਿਉਂ ਨਹੀਂ ਬਦਲ ਪਾ ਰਹੀ ਹੈਗੀ? ਕਿਉਂਕਿ ਸਮਾਂ ਬਦਲਿਆ, ਦੇਖੋ ਸਿਸਟਮ ਬਦਲਿਆ। ਜਿਵੇਂ ਕਹਿੰਦੇ ਨੇ ਵੀ ਪੁਲਿਸ ਵੀ ਜਿਹੜੀ ਹੁਣ ਬਦਲ ਰਹੀ ਹੈ, ਜਿਹੜੇ ਨੌਜਵਾਨ ਨਵੇਂ ਪੁਲਿਸ ਮੁਲਾਜ਼ਮ ਆ ਰਹੇ ਨੇ ਉਹ ਹਰੇਕ ਦੇ ਡੰਡਾ ਮਾਰ ਕੇ ਨਹੀਂ ਪੁੱਛਦੇ, ਹਾਲਾਂਕਿ ਵਿੱਚ ਉਹਨਾਂ ਦੇ ਵੀ ਗਲਤ ਹੋਣੇ ਆ, ਪਰ ਯਾਨੀ ਕਿ ਇਸ ਪਾਸੇ ਨੂੰ ਕਿਉਂ ਨਹੀਂ ਕਦੇ ਬਦਲਾਅ ਆ ਰਿਹਾ? ਪਟਵਾਰੀਆਂ ਨੂੰ ਲੈ ਕੇ ਅੱਜ ਵੀ ਛਵੀ ਇਹ, ਅਗਲਾ ਕਹਿੰਦਾ ਪਟਵਾਰੀ ਤੋਂ ਕੰਮ ਜਾਣਾ, ਕਹਿੰਦਾ 5-7 ਹਜ਼ਾਰ ਦੇ ਵਿੱਚ ਪਾ ਕੇ ਜਾਏ। ਕੱਲ ਤੋਂ ਆਊਗਾ ਜੀ, ਕੱਲ ਤੋਂ ਪਟਵਾਰੀਆਂ ਨੂੰ ਅੱਜ ਅਸੀਂ ਇੱਥੋਂ ਸਾਰਾ ਅਪੀਲ ਕਰਤੀ ਉਹਨਾਂ ਦੇ ਪ੍ਰਧਾਨ ਸਾਹਿਬਾਨ ਨੇ। ਮੈਂ ਪਟਵਾਰ ਯੂਨੀਅਨ ਦਾ ਸਾਬਕਾ ਪ੍ਰਧਾਨ ਅਤੇ ਕਾਨੂੰਨ ਐਸੋਸੀਏਸ਼ਨ ਦਾ, ਮੈਂ ਵੀ ਤੁਹਾਡੇ ਜਰੀਏ ਪੂਰੇ ਪੰਜਾਬ ਦੇ ਪਟਵਾਰੀਆਂ ਨੂੰ ਅਪੀਲ ਕਰਦਾ ਵੀ ਭਾਈ ਤੁਸੀਂ ਆਪਣੀ ਛਵੀ ਨੂੰ ਬਿਲਕੁਲ ਹੁਣ ਸਮਾਰੋ, ਔਰ ਕੱਲ ਤੋਂ ਬਾਅਦ ਤੁਹਾਡੇ ਦਫ਼ਤਰਾਂ 'ਚ ਕੋਈ ਪ੍ਰਾਈਵੇਟ ਬੰਦਾ ਨਹੀਂ ਹੋਣਾ ਚਾਹੀਦਾ, ਔਰ ਲੋਕਾਂ ਦਾ ਕੰਮ ਜਿਹੜਾ ਉਹ ਪਹਿਲ ਦੇ ਆਧਾਰ ਤੇ ਬਿਲਕੁਲ ਰੋਜ਼ ਦਾ ਰੋਜ਼ ਕਰਕੇ ਨਿਮੇੜ ਕੇ ਜਾਣਾ। ਤੁਸੀਂ ਬਿਲਕੁਲ ਲੋਕਾਂ ਨੂੰ ਇਨਸਾਫ ਦੇਣਾ ਜਦ ਤਾਂ ਕਿ ਲੋਕ ਸੜਕਾਂ ਤੇ ਆਉਣ, ਵੀ ਜਿਵੇਂ ਹੁਣ ਕੱਲੇ ਸਰਕਲ ਸਾਡਾ ਕੰਮ ਹੋ ਰਿਹਾ ਤੇ ਇਸ ਤਰ੍ਹਾਂ ਜਿਹੜੇ 3100 ਪੋਸਟ ਖਾਲੀ ਆ ਉਹ ਬੇਰੁਜ਼ਗਾਰਾਂ ਦੇ ਹਵਾਲੇ ਕਰ ਦੇਣੇ ਚਾਹੀਦੇ ਨੇ। ਸੀਐਮ ਸਾਹਿਬ ਨੂੰ ਆਪਣੇ ਕੀਤੇ ਵਚਨ ਜਿਹੜਾ ਕੱਲ ਉਹਨਾਂ ਨੇ ਕੀਤਾ ਬਿਆਨ ਦਿੱਤਾ ਉਹਨੂੰ ਕੱਲ ਨੂੰ ਨਿਭਾ ਦੇਣਾ ਚਾਹੀਦਾ ਉਹਨਾਂ ਨੂੰ। 3193 ਨੂੰ ਪਟਵਾਰੀਆਂ ਨੇ ਤਾਂ ਅੱਜ ਕਲਮ ਉਹਨਾਂ ਦੇ ਹਵਾਲੇ ਕਰਤੀ ਤੇ ਉਹ 3193 ਕੱਲ ਨੂੰ ਬੇਰੁਜ਼ਗਾਰਾਂ ਨੂੰ ਜੇ ਉਹ ਕਲਮ ਫੜਾ ਦਿੰਦੇ ਨੇ, ਅਸੀਂ ਉਹਨਾਂ ਦਾ ਪੂਰਾ ਸਤਿਕਾਰ ਕਰਾਂਗੇ, ਪੂਰਾ ਧੰਨਵਾਦ ਕਰਾਂਗੇ। ਤੇ ਇਹ ਇੱਕ ਚੀਜ਼ ਲਾਸਟ 'ਚ ਦੱਸਿਓ ਕਿ ਜਿਹੜੀ ਗੱਲ ਆਈ ਵੀ ਜਿਵੇਂ ਤੁਸੀਂ ਕਿਹਾ ਵੀ ਪ੍ਰਾਈਵੇਟ ਬੰਦੇ ਇਸ ਕਰਕੇ ਰੱਖਣੇ ਪੈਂਦੇ ਨੇ ਕਿਤੇ ਨਾ ਕਿਤੇ, ਮੈਂ ਤੁਹਾਡੇ ਦੂਜੇ ਸਾਥੀ ਨਾਲ ਵੀ ਗੱਲ ਹੋ ਰਹੀ ਸੀ, ਉਹ ਕਹਿੰਦੇ ਵੀ ਕਿਉਂਕਿ ਸਾਡੇ ਕੋਲ ਕੰਮ ਬਹੁਤ ਜ਼ਿਆਦਾ ਹੁੰਦਾ ਤਾਂ ਉਹਦੇ ਵਿੱਚ ਅਫਸਰਾਂ ਨੂੰ ਪਤਾ ਹੁੰਦਾ ਵੀ ਇਹਨਾਂ ਨੇ ਬੰਦੇ ਅੱਗੇ ਰੱਖੇ ਹੋਏ ਨੇਗੇ, ਪਰ ਲੱਗਦਾ ਨਹੀਂ ਵੀ ਉਹਨਾਂ ਦੇ ਕਰਕੇ ਅੱਜ ਇਸ ਕਰਕੇ ਇਹ ਛਵੀ ਬਣ ਗਈ ਵੀ ਪੈਸੇ ਬਿਨਾਂ ਕੰਮ ਨਹੀਂ ਹੋਣਾ। ਇਹ 5 ਅਪ੍ਰੈਲ 2022 ਨੂੰ ਸਾਡੀ ਮੀਟਿੰਗ ਹੋਈ ਸੀ ਸੀਐਮ ਸਾਹਿਬ ਦੇ ਨਾਲ, ਇਹ ਮੈਂ ਗੱਲ ਉੱਥੇ ਕਲੀਅਰ ਕਰਤੀ ਸੀ ਉਹਨਾਂ ਨੂੰ ਜੀ ਵੀ ਇਦਾਂ ਇਹ ਕਿਵੇਂ ਕਰਪਸ਼ਨ ਦਾ ਕੰਮ ਚੱਲਦਾ ਹੈ, ਕਿਵੇਂ ਕੀ ਹੋ ਰਿਹਾ, ਸਾਰਾ ਸਿਸਟਮ ਉਹਨਾਂ ਦੇ ਸਾਹਮਣੇ ਰੱਖਤਾ ਸੀ ਵੀ ਪ੍ਰਾਈਵੇਟ ਬੰਦੇ ਘੱਟੋ ਘੱਟ ਵੀ 2-3 ਹਜ਼ਾਰ ਬੰਦਾ ਸਾਡੇ ਦਫ਼ਤਰਾਂ 'ਚ ਤੁਰਿਆ ਫਿਰਦਾ। ਸੀਐਮ ਸਾਹਿਬ ਇਹਨਾਂ ਦਾ ਹਿੱਲ ਕਰੋ। ਉਹਨਾਂ ਨੇ ਕਿਹਾ ਵੀ ਜਿਵੇਂ ਮਰਜ਼ੀ ਤੁਸੀਂ, ਸਾਡੀ ਨਵੀਂ ਸਰਕਾਰ ਬਣੀ ਆ ਵੀ ਆਪਾਂ ਭਰਤੀ ਕਰਾਂਗੇ, ਵੀ ਥੋੜਾ ਜਿਹਾ ਚਿਰ ਨਰਮੀ ਕਰੋ ਇਸ ਗੱਲ ਦੇ ਉੱਤੇ, ਪਰ ਉਹਨਾਂ ਨੇ 1.5 ਸਾਲ ਲੰਘਾਤਾ, ਭਰਤੀ 700 ਬੰਦਾ ਕਰਕੇ ਸਾਰਤਾ, ਜਦੋਂ ਕਿ ਅੱਜ ਪਟਵਾਰੀਆਂ ਦੀ ਪੋਸਟਾਂ ਵੀ ਵਧਾਉਣ ਦੀ ਲੋੜ ਆ। ਕਿਉਂਕਿ ਰੀਸਫਲਿੰਗ ਜਿਹੜੀ ਆ ਸਾਡੇ ਲੈਂਡ ਕੋਡ ਮੈਨੂਅਲ 'ਚ ਲਿਖਿਆ ਹੋਇਆ ਵੀ 1200 ਖਤਾਨੀ ਤੇ ਜਦੋਂ ਉੱਪਰ ਖਤੌਨੀ ਚਲੇ ਜਾਵੇ, ਜਿਵੇਂ ਕਿ ਵੋਟਾਂ ਦਾ 1000 ਵੋਟ ਤੋਂ ਉੱਪਰ ਜਿਹੜੇ ਪਿੰਡ ਦੀ ਵੋਟ ਹੋ ਜਾਂਦੀ ਹੈ ਉੱਥੇ 2 ਬੂਥ ਬਣਦੇ ਨੇ, ਇਸੇ ਤਰ੍ਹਾਂ ਪਟਵਾਰ ਸਰਕਲ ਦਾ ਅਗਰ 1200 ਖਤੌਨੀ ਤੋਂ ਉੱਪਰ ਖਤੌਨੀ ਚਲੀ ਜਾਵੇ ਤਾਂ ਮਤਲਬ ਉੱਥੇ ਸਰਕਲ 2 ਬਣਾਉਣੇ ਪੈਂਦੇ ਨੇ। ਤੇ ਇਸੇ ਤਰ੍ਹਾਂ ਜੇ ਪੋਪੂਲੇਸ਼ਨ ਦਾ ਵਾਧਾ ਹੋ ਗਿਆ, ਹੁਣ ਮੋਹਾਲੀ ਦੀ ਆਪਾਂ ਉਦਾਹਰਨ ਦੇ ਦਿੰਦੇ ਆ, ਮੋਹਾਲੀ ਇੱਕ ਸਬ ਤਹਿਸੀਲ ਸੀ, ਅੱਜ ਉਹ ਜ਼ਿਲ੍ਹਾ ਬਣ ਗਿਆ ਤੇ ਪਟਵਾਰੀ ਉੱਥੇ 1 ਹੀ ਆ ਤੇ 1000 ਬੰਦੇ ਨੂੰ ਡੀਲ ਕਰ ਰਿਹਾ ਡੇਲੀ। ਖਰੜ ਦਾ ਪਟਵਾਰੀ 1000 ਬੰਦੇ ਨੂੰ ਡੀਲ ਕਰ ਰਿਹਾ, ਉਹਨੇ 5 ਬੰਦੇ ਰੱਖੇ ਹੋਏ ਨੇ। ਜਿਹੜੇ ਸ਼ਹਿਰਾਂ ਦੇ ਲੁਧਿਆਣੇ ਦੇ ਵਿੱਚ ਕੋਈ ਵੀ ਮਾਈ ਦਾ ਲਾ ਲਓ ਸਰਕਲ ਦਾ ਕੰਮ ਕਰਕੇ ਨਹੀਂ ਦਿਖਾ ਸਕਦਾ। ਹੁਣ ਅਸੀਂ ਬੇਨਤੀ ਕਰਾਂਗੇ ਭਾਈ ਬੰਦਾ ਨਹੀਂ ਤੁਸੀਂ ਰੱਖਣਾ, ਤੁਹਾਡਾ ਕੰਮ ਹੋਵੇ ਨਾ ਹੋਵੇ 9 ਤੋਂ ਲੈ ਕੇ 5 ਵਜੇ ਤੱਕ ਟੋਕਨ ਜਾਰੀ ਕਰੋ, ਲਾਈਨ ਲਵਾਓ, ਜੋ ਮਰਜ਼ੀ ਕਰੋ, ਜਿਹੜਾ ਪਹਿਲਾ ਉਹਦਾ ਪਹਿਲੇ ਆਧਾਰ ਤੇ ਕੰਮ ਕਰ ਦਿਓ ਤੇ ਪਰ ਤੁਸੀਂ ਬੰਦਾ ਨਹੀਂ ਪ੍ਰਾਈਵੇਟ ਆਪਣੇ ਦਫ਼ਤਰ 'ਚ ਰੱਖਣਾ। ਤੇ ਸਾਡੀ ਮੰਗ ਹੈ ਸੀਐਮ ਸਾਹਿਬ, ਜੇ 12 ਤੋਂ 23 ਜ਼ਿਲ੍ਹੇ ਬਣ ਗਏ, 45 ਤੋਂ 97 ਤਹਿਸੀਲਾਂ ਬਣ ਗਈਆਂ, ਸਬ ਤਹਿਸੀਲਾਂ ਬਣ ਗਈਆਂ 40-50, ਉਹ ਭਾਈ ਫਿਰ ਪਟਵਾਰ ਸਰਕਲ ਵੀ ਵਧਾਓ। ਪਟਵਾਰ ਸਰਕਲ 8000 ਘੱਟੋ ਘੱਟ ਸਾਡੇ ਮੁਤਾਬਕ ਜਿਹੜਾ ਅੱਜ ਹੋਣਾ ਚਾਹੀਦਾ, ਤੇ ਇਸ ਪਾਸੇ ਜਿਹੜਾ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ।
ਬਿਲਕੁਲ, ਕਿਉਂਕਿ ਜ਼ਰੂਰਤ ਸਮੇਂ ਦੇ ਹਿਸਾਬ ਦੇ ਨਾਲ ਜੇ ਕਹੀਏ ਕਿ ਪੱਖ ਸ਼ਾਇਦ ਇਸ ਪਾਸੇ ਨੂੰ ਕਦੇ ਨਹੀਂ ਆਇਆ ਕਿ ਜਿਹੜੇ ਪਟਵਾਰੀ ਭਾਵੇਂ ਜਿਵੇਂ ਇਹਨਾਂ ਨੇ ਕਿਹਾ ਕਿ ਜਦੋਂ ਤੁਹਾਡੇ ਕੋਲ ਜ਼ਿੰਮੇਵਾਰੀਆਂ ਵਾਧੂ ਹੈਗੀਆਂ ਨੇ ਤਾਂ ਫਿਰ ਉਹ 2-2 3-3 ਬੰਦੇ ਉਹ ਕੰਮ ਕਰਦੇ ਨੇ ਜਿਹੜਾ ਕਿ ਇੱਕ ਪਟਵਾਰੀ ਨਹੀਂ ਕਰ ਸਕਦਾ। ਹੁਣ ਗੱਲ ਇਹ ਕਿ ਕਹਿੰਦੇ ਵੀ ਸਾਡੇ ਵੱਲੋਂ ਵੀ ਇੱਕ ਤਰ੍ਹਾਂ ਦਾ ਜਿਵੇਂ ਕਹਿੰਦੇ ਹੁੰਦੇ ਨੇ ਵੀ ਸੁਨੇਹਾ ਸਾਰਿਆਂ ਨੂੰ ਵਗਿਆ ਵੀ ਪੈਸਾ ਟਕਾ ਕਿਸੇ ਨੇ ਨਹੀਂ ਲੈਣਾ, ਤੇ ਨਾਲ ਗੱਲ ਆ ਗਈ ਕਿ ਜਿਹੜੇ ਫਾਲਤੂ ਬੰਦੇ ਰੱਖੇ ਨੇ ਯਾਨੀ ਕਿ ਜਿਹੜੇ ਅੱਗੇ ਬੰਦੇ ਰੱਖੇ ਨੇ ਕਿਉਂਕਿ ਉਹਨਾਂ ਦੀਆਂ ਤਨਖਾਹਾਂ ਜਾਂ ਉਹਨਾਂ ਦੇ ਖਰਚੇ ਉਹ ਪੈਸਿਆਂ ਦੇ ਨਾਲ ਨਿਕਲਦੇ ਸੀ, ਤਾਂ ਉਹ ਚੀਜ਼ ਨੂੰ ਬੰਦ ਕਰਨਾ ਹੋਊਗਾ। ਸਰਕਾਰ ਜਦੋਂ ਤੱਕ ਬੰਦੇ ਨਹੀਂ ਵਧਾਊਗੀ ਉਦੋਂ ਤੱਕ ਹਾਲਾਤ ਇਹੀ ਰਹਿਣੇ ਨੇ। ਹੁਣ ਗੱਲ ਇਹ ਕਿ ਸਰਕਾਰ ਦੇ ਵੱਲੋਂ ਕੀ ਰਿਐਕਟ ਕਰਿਆ ਜਾਂਦਾ, ਪਰ ਜਿਵੇਂ ਦਾ ਜਵਾਬ ਜੇ ਕਹੀਏ ਪਟਵਾਰੀ ਯੂਨੀਅਨ ਨੇ ਸਾਫ਼ ਤੌਰ ਤੇ ਦਿੱਤਾ ਤਾਂ ਉਹਨਾਂ ਦਾ ਸਪਸ਼ਟ ਕਹਿਣਾ ਹੈ ਕਿ ਪੈਸੇ ਲੈਣਾ ਜਾਂ ਛਵੀ ਜਿਹੜੀ ਬਣੀ ਆ ਲੋਕਾਂ ਦੇ ਅੱਗੇ ਉਹ ਸਿਰਫ ਇੱਕ ਪਾਸੇ ਇੱਕ ਧਿਰ ਦਾ ਕੰਮ ਨਹੀਂ, ਬਲਕਿ ਸਰਕਾਰਾਂ ਨੇ ਸਮੇਂ ਸਿਰ ਨਾ ਪਟਵਾਰੀ ਵਧਾਏ ਤੇ ਨਾ ਹੀ ਸਰਕਲ। ਵੀਡੀਓ ਜਰਨਲਿਸਟ ਅਮਨ ਦੇ ਨਾਲ ਸਮਿਤ ਸਿੰਘ, ਰੋਜ਼ਾਨਾ ਸਪੋਕਸਮੈਨ ਟੀਵੀ, ਚੰਡੀਗੜ੍ਹ।